जियो पिंड सब तेरा, तू अंतर जामी पुरख भगवान। दासन दास कहे जन नानक, जिहा तू कराहे तेहा हूँ करी बखियान। सतनाम धन वाहिगुरु साहिब जी। मारू महला नौवां। एक ओंकार सतगुर प्रसाद। हर को नाम सदा सुखदाई, जाको सिमरन अजामल उधर्यो। गन काहूँ गत पाई, हर को नाम सदा सुखदाई, जाको सिमरन अजामल उधर्यो। गन काहूँ गत पाई रहाओ। पंचाली को राजसभा में राम नाम सुध आई, ताको दुख हरियो करुणा में अपनी पैज बढ़ाई। जेह नर जस कृपा निध गायो, ताको भयो सहाई। कहो नानक मैं यही भरोसै, गही आन सरनाई। जेह नर जस कृपा निध गायो, ताको भयो सहाई। कहो नानक मैं यही भरोसै, गही आन सरनाई। वाहिगुरु जी का खालसा, वाहिगुरु जी की फतेह। सतगुरां ने अपार कृपा की। संध्या वेले गुरु ग्रंथ साहब महाराज जी की पावन हजूरी विच जुड़ बैठन का सुभाग समा प्राप्त होया है। गुरु तेग बहादुर महाराज जी की उचारण की हुई पावन बाणी की लड़ीवार कथा विचारां दे प्रवाह चल रहे हैं। अज दे विचार अधीन मारू राग का उचारण किया होया ये पहला शब्द है। सतगुरु जी ने मारू राग दे विच 3 शब्द उचारण किए हैं। जिस शब्द का मूल पाठ आप जी ने सरवण किया है, पावन अंक 1008 के उत्ते ये दरगाही बोल दर्ज हैं। आओ इन्हां दी विचारां नाल जुड़ते हैं। प्यार नाल गुरमंत्र की सांझ करो। आखो जी सतनाम श्री वाहिगुरु। फिर करो कृपा सतनाम श्री वाहिगुरु। हर एक मनुख सुख लई संसार दे विच दौड़ रहा है। हर एक जतन उद्यम उपराले मनुख दे सुख वास्ते हैं। पर गुरु महाराज समझाण लगे कि हे भटके हुए मनुख, जे तू चाहुंदा है कि तैनूं आत्मिक सुख आत्मिक आनंद की प्राप्ति होवे, तां ओह केवल हरि परमेश्वर दे नाम सदका हो सकती है। हर को नाम सदा सुखदाई। हे भाई, परमात्मा का नाम सदा आत्मिक आनंद देने वाला है, सुख देने वाला है। और ये गल जेहन नसीन कर लीए, पक्की कर लीए अपने जीवन विच कि परमात्मा का नाम ही है जो सदा सानू आत्मिक आनंद देने वाला है।
ਸਾਨੂੰ ਹਰ ਪੱਖ ਤੋਂ ਸੁਖ ਦੇਣ ਵਾਲਾ ਉਸ ਦਾ ਨਾਮ ਹੈ। ਉਸ ਤੋਂ ਬਿਨਾਂ ਹੋਰ ਕੋਈ ਸਾਨੂੰ ਸੁਖ ਦੇਣ ਵਾਲਾ ਨਹੀਂ ਹੈ, ਕਿਉਂਕਿ ਉਹ ਸੁੱਖਾਂ ਦਾ ਦਾਤਾ ਹੈ। ਇਸ ਕਰਕੇ ਗੁਰੂ ਮਹਾਰਾਜ ਸਾਨੂੰ ਆਖਣਗੇ ਬਾਣੀ ਵਿੱਚ ਕਿ ਸਰਬ ਸੁੱਖਾਂ ਕਾ ਦਾਤਾ ਸਤਿਗੁਰੂ ਤਾਕੀ ਸਰ ਨਹੀਂ ਪਾਈ। ਉਹ ਸਾਰੇ ਸੁੱਖਾਂ ਦਾ ਦਾਤਾ ਹੈ ਭਾਈ, ਉਹਦੇ ਸਰ ਨਹੀਂ ਲੱਗ, ਉਹਦੇ ਸਰਨ ਵਿੱਚ ਪੈ, ਕਿਉਂਕਿ ਸਾਰੇ ਸੁੱਖ ਉਸ ਮਾਲਕ ਦੇ ਕੋਲ ਨੇ, ਪ੍ਰਭੂ ਦੇ ਕੋਲ ਨੇ। ਇਸ ਕਰਕੇ ਉਸ ਪਰਮਾਤਮਾ ਦੇ ਚਰਨਾਂ ਦੇ ਵਿੱਚ, ਉਸਦੇ ਨਾਮ ਦੇ ਵਿੱਚ ਸਾਰੇ ਸੁੱਖ ਨੇ। ਔਰ ਉਸ ਨਾਮ ਦੀ ਕੀ ਬਰਕਤ ਹੈ? ਆਖਣ ਲੱਗੇ ਜਾਕੋ ਸਿਮਰ ਅਜਾਮਲ ਉਧਰਿਓ। ਜਿਸ ਨਾਮ ਨੂੰ ਸਿਮਰ ਕੇ ਅਜਾਮਲ ਵਰਗਾ ਪਾਪੀ ਜਿਹੜਾ ਸੀ ਉਹ ਵਿਕਾਰਾਂ ਤੋਂ ਬਚ ਗਿਆ। ਤੇ ਮਰ ਕਹਿੰਦੇ ਗਨਕਾ ਹੂੰ ਗਤ ਪਾਈ, ਤੇ ਕਹਿੰਦੇ ਗਨਕਾ ਵਰਗੀ ਵੇਸਵਾ ਉਸ ਦਾ ਨਾਮ ਜਪ ਕੇ ਉਸਨੇ ਵੀ ਉੱਚੀ ਆਤਮਿਕ ਅਵਸਥਾ ਜਿਹੜੀ ਹੈ ਉਹ ਹਾਸਲ ਕਰ ਲਈ। ਆਉਗੇ ਨਾਮ ਦੇ ਵਿੱਚ ਐਸੀ ਤਾਕਤ ਹੈ, ਜਿਹੜਾ ਨਾਮ ਨਾਲ ਜੁੜ ਜਾਂਦਾ ਹੈ, ਪਰਮੇਸ਼ਰ ਦੀ ਬੰਦਗੀ ਦੇ ਨਾਲ ਆਪਣੇ ਮਨ ਨੂੰ ਜੋੜ ਲੈਂਦਾ ਹੈ। ਜੇ ਉਹ ਸੰਸਾਰ ਦੇ ਵਿੱਚ ਆ ਕੇ ਡਿੱਗਿਆ ਹੋਇਆ ਹੈ, ਉਹ ਆਪਣੇ ਆਪ ਨੂੰ ਬੜਾ ਨੀਚੇ ਕਰਮ ਕਰਨ ਵਾਲਾ, ਆਪਣੇ ਆਪ ਨੂੰ ਨੀਚ ਸਮਝਦਾ ਹੈ, ਉਸਨੂੰ ਕੋਈ ਨੀਚ ਕਰਮ ਕਰਨ ਕਰਕੇ ਕੋਈ ਜਾਣਦਾ ਨਹੀਂ, ਪਹਿਚਾਣਦਾ ਨਹੀਂ, ਜਾਂ ਉਸਦਾ ਕੋਈ ਸਤਿਕਾਰ ਨਹੀਂ ਕਰਦਾ। ਤਾਂ ਸਤਿਗੁਰ ਨੇ ਬਾਣੀ 'ਚ ਇੱਥੇ ਤੱਕ ਲਿਖਿਆ ਕਿ ਜਿਸ ਨੀਚ ਕੋ ਕੋਈ ਨਾ ਜਾਣੈ, ਜਿਸ ਨੀਚ ਨੂੰ ਕੋਈ ਜਾਣਦਾ ਨਹੀਂ ਸੰਸਾਰ ਵਿੱਚ, ਨਾਮ ਜਪਤ ਉਹ ਚੌਕੁੰਡ ਮਾਨੈ। ਜੇ ਉਹ ਨਾਮ ਜਪਣਾ ਸ਼ੁਰੂ ਕਰ ਦੇਵੇ ਨਾ, ਤੇ ਉਹ ਚੌਹਾਂ ਕੁੰਟਾਂ ਦੇ ਅੰਦਰ ਪਰਵਾਨਿਆ ਜਾਂਦਾ ਹੈ। ਫਿਰ ਗੱਲ ਨੂੰ ਸਮਝਿਓ ਕਿ ਉਸ ਪਰਮਾਤਮਾ ਦੇ ਨਾਮ ਨੂੰ ਸਿਮਰ ਕੇ, ਉਸ ਅਕਾਲ ਪੁਰਖ ਵਾਹਿਗੁਰੂ ਦੀ ਸਿਫਤ ਸਲਾਹ ਕਰਕੇ ਵੱਡੇ ਤੋਂ ਵੱਡੇ ਵਿਕਾਰੀ ਵਿਕਾਰ ਕਰਨ ਤੋਂ ਹਟ ਜਾਂਦੇ ਨੇ। ਇਹ ਤਾਂ ਕੇਵਲ ਇੱਕ ਉਦਾਹਰਨ ਦਿੱਤੀ ਅਜਾਮਲ ਪਾਪੀ ਦੀ, ਇੱਕ ਉਦਾਹਰਨ ਦਿੱਤੀ ਗਨਕਾ ਦੀ, ਕਿ ਉਹ ਪਾਪ ਕਰਨ ਤੋਂ ਹਟ ਗਏ ਔਰ ਇੱਕ ਉੱਚੀ ਆਤਮਿਕ ਅਵਸਥਾ ਹਾਸਲ ਹੋ ਗਈ। ਕਈ ਵਾਰੀ ਬੰਦਾ ਸੋਚ ਕੇ ਹੈਰਾਨ ਹੁੰਦਾ ਹੈ ਵੀ ਇਹ ਮਨੁੱਖ ਕਿੱਦਾਂ ਦੀ ਜ਼ਿੰਦਗੀ ਜਿਉਂਦਾ ਸੀ ਤੇ ਅੱਜ ਇਸ ਮਨੁੱਖ ਦਾ ਜੀਵਨ ਇਤਨਾ ਉੱਚਾ ਕਿਵੇਂ ਹੋ ਗਿਆ। ਕਈ ਮਨੁੱਖ ਮੈਂ ਵੀ ਦੇਖੇ ਨੇ ਜਿਨ੍ਹਾਂ ਨੂੰ ਲੋਕ ਆਖਦੇ ਸਨ ਕਿ ਇਹ ਸਵੇਰ ਤੋਂ ਲੈ ਕੇ ਸ਼ਾਮ ਤੱਕ ਸ਼ਰਾਬ ਵਿੱਚ ਗਲਤਾਨ ਰਹਿੰਦੇ ਸਨ, ਵਿਕਾਰਾਂ ਵਿੱਚ ਗਲਤਾਨ ਰਹਿੰਦੇ ਸਨ, ਕੋਈ ਐਸਾ ਮਾੜਾ ਕਰਮ ਨਹੀਂ ਜਿਹੜਾ ਨਹੀਂ ਸੀ ਕਰਦੇ, ਕੋਈ ਠੋਕਰ ਵੱਜੀ ਸਾਰੇ ਕੰਮ ਛੱਡ ਗਏ, ਤੇ ਅੱਜ 24 ਘੰਟੇ ਉਸਦੇ ਨਾਮ 'ਚ ਰਹਿੰਦੇ, ਹਰ ਵੇਲੇ ਰੰਗੇ ਰਹਿੰਦੇ। ਜਦ ਕਦੇ ਵੀ ਜਾ ਕੇ ਵੇਖੋ ਉਸ ਵੇਲੇ ਪਾਠ ਪੂਜਾ ਧਰਮ ਕਰਮ ਸੇਵਾ ਸਿਮਰਨ ਉਸਦੇ ਨਾਲ ਜੁੜੇ ਹੋਏ ਨੇ। ਤੇ ਇਹੀ ਤਾਂ ਉੱਚੀ ਆਤਮਿਕ ਅਵਸਥਾ ਹੈ ਕਿ ਕਦੀ ਉਹ ਜੀਵਨ ਸੀ ਜਿਹੜਾ ਕਿ ਲੋਕ ਕਹਿੰਦੇ ਸਨ ਕਿ ਇਹ ਵਿਕਾਰੀ ਹੈ, ਲੋਕ ਕਹਿੰਦੇ ਸਨ ਕਿ ਇਹਦੇ ਜੀਵਨ ਦੇ ਵਿੱਚ ਬੜੇ ਮਾੜੇ ਕੰਮ ਕਰਦਾ ਹੈ, ਪਰ ਜਦੋਂ ਉਹ ਕਿਤੇ ਕੋਈ ਠੋਕਰ ਵੱਜੀ, ਨਾਮ ਨਾਲ ਜੁੜਿਆ, ਨਾਮ ਨੇ ਇਤਨਾ ਉੱਚਾ ਜੀਵਨ ਬਣਾ ਦਿੱਤਾ। ਪਰਮਾਤਮਾ ਦੀ ਯਾਦ ਦੇ ਵਿੱਚ ਉਹ ਹਰ ਵੇਲੇ ਲੱਗਿਆ ਰਹਿੰਦਾ ਹੈ, ਉਹਦੀ ਯਾਦ, ਉਸਦਾ ਕੀਰਤਨ, ਉਹਦੀ ਸਿਫਤ, ਉਹਦੇ ਨਾਮ 'ਚ ਤਾਕਤ ਹੈ। ਇਸ ਕਰਕੇ ਗੁਰੂ ਮਹਾਰਾਜ ਆਖਣ ਲੱਗੇ ਇੱਥੇ ਹੀ ਬਸ ਨਹੀਂ, ਆਖਣ ਲੱਗੇ ਪਾਂਚਾਲੀ ਕੋ ਰਾਜ ਸਭਾ ਮੈਂ। ਪੰਚਾਲੀ ਜਿਹੜੀ ਸੀ ਨਾ, ਕਹਿੰਦੇ ਉਸਨੂੰ ਕੌਰਵਾਂ ਦੀ ਸਭਾ ਦੇ ਵਿੱਚ ਲਿਜਾਇਆ ਗਿਆ। ਤੇ ਗੁਰੂ ਤੇਗ ਬਹਾਦਰ ਮਹਾਰਾਜ ਨੇ ਉਹ ਦ੍ਰਿਸ਼, ਜਦੋਂ ਦੁਰਯੋਧਨ ਦਾ ਰਾਜ ਦਰਬਾਰ ਲੱਗਿਆ ਸੀ, ਉਹ ਦ੍ਰੋਪਦੀ ਨੂੰ ਉੱਥੇ ਲਿਜਾਇਆ ਗਿਆ ਔਰ ਉਸ ਸਾਰੀ ਸਭਾ ਦੇ ਵਿੱਚ ਕਹਿੰਦੇ ਨੇ ਉਸਦਾ ਚੀਰ ਹਰਨ ਕੀਤਾ ਗਿਆ, ਕਿਉਂਕਿ ਉਸ ਵੇਲੇ ਇਹ ਗਾਥਾ, ਇਹ ਕਥਾ ਜਾਂ ਇਹ ਗੱਲਾਂ ਆਮ ਸਮਾਜ ਦੇ ਵਿੱਚ ਪ੍ਰਚਲਿਤ ਸਨ। ਭਾਵੇਂ ਇਸ ਕਥਾ ਦੀ ਇਸ ਤਰ੍ਹਾਂ ਲਿਖੀ ਹੋਈ ਹੈ, ਜੋ ਪੁਰਾਤਨ ਸਨਾਤਨ ਮਨ ਦੇ ਜੋ ਧਰਮ ਗ੍ਰੰਥ ਨੇ ਉਹਨਾਂ 'ਚ ਲਿਖਿਆ ਹੋਇਆ ਕਿ ਪੰਚਾਲੀ ਨੂੰ ਰਾਜ ਸਭਾ ਦੇ ਵਿੱਚ ਲਿਜਾਇਆ ਗਿਆ। ਉੱਥੇ ਦੁਰਯੋਧਨ ਨੇ ਉਸਨੂੰ ਨੰਗਾ ਕਰਨ ਦਾ ਸਰੀਰ ਤੋਂ ਹੁਕਮ ਦਿੱਤਾ। ਕਹਿੰਦੇ ਉਹ ਜਿਹੜੇ ਦਰਬਾਰੀ ਸਨ, ਉਹਦਾ ਜਿਹੜੀ ਸਾਡੀ ਪਹਿਨੀ ਹੋਈ ਸੀ ਉਹਦਾ ਚੀਰ ਹਰਨ ਕਰ ਰਹੇ ਸਨ, ਪਰ ਉਹ ਮੁਕਣ ਦੇ ਵਿੱਚ ਨਾ ਆਏ। ਉਹ ਕਥਾ ਇਸ ਤਰ੍ਹਾਂ ਲਿਖੀ ਹੋਈ ਕਿ ਕਹਿੰਦੇ ਇੱਕ ਵਾਰੀ ਕ੍ਰਿਸ਼ਨ ਜੀ ਨੂੰ ਕਹਿੰਦੇ ਕਿਤੇ ਸੇਵਾ ਕੀਤੀ ਸੀ, ਉਸ ਕ੍ਰਿਸ਼ਨ ਜੀ ਨੇ ਸੇਵਾ ਤੋਂ ਪ੍ਰਸੰਨ ਹੋ ਕੇ ਉਹਦਾ ਜਿਹੜਾ ਸੀ ਚੀਰ, ਜਿਹੜੇ ਵਸਤਰ ਸਨ, ਉਹ ਨਹੀਂ ਖਤਮ ਹੋਣ ਦਿੱਤੇ। ਗੁਰੂ ਸਾਹਿਬ ਜੀ ਨੇ ਉਸ ਵਿਚਾਰਧਾਰਾ ਨੂੰ ਮੁੱਖ ਰੱਖਦਿਆਂ, ਜਿਹੜੀ ਵਿਚਾਰਧਾਰਕ ਸਮਾਜ ਦੇ ਲੋਕਾਂ ਵਿੱਚ ਆਮ ਤੌਰ ਤੋਂ ਪ੍ਰਚਲਿਤ ਸੀ, ਵੀ ਜੇ ਤੁਸੀਂ ਇਸ ਗੱਲ ਨੂੰ ਮੰਨਦੇ ਹੋ, ਇਸ ਗੱਲਾਂ ਨੂੰ ਸੁਣਦੇ ਹੋ ਕਿ ਜੇ ਅੰਤ ਵੇਲੇ ਉਸ ਨੂੰ ਪਹਿਲਾਂ ਲਾਲਸਾ ਸੀ ਕਿ ਇਸ ਦਰਬਾਰ ਦੇ ਵਿੱਚ ਮੈਨੂੰ ਨੰਗਾ ਨਹੀਂ ਕੀਤਾ ਜਾਏਗਾ,
क्योंकि इत्थे राजगुरु बैठे हुए ने, मेरे 5 पति पांडव बैठे हुए ने। ऐसा किवें हो सकदा भी मेरे पति ये किवें देख सकते ने सारा कुछ? पर उन्हां सारियां दे सामने ये कुछ हो रहा सी तां उसनूं कहंदे ने कृष्ण जी दी याद आई। ते कहंदे उस वेले उहदी पैज रख लई गई। महाराज कहंदे जे तू रब नूं याद करे ना, सारे आसरे छड़ के परमेश्वर नूं याद करें, ਤਾਂ ਇੱਕ ਖਿੰਦੇ ਅੰਦਰ ਤੂੰ ਵੀ ਉੱਚੀ ਆਤਮਿਕ ਅਵਸਥਾ ਜਿਹੜੀ ਹੈ ਉਹ ਧਾਰਨ ਕਰ ਸਕਦਾ ਹੈ। ਤੇਰੀ ਵੀ ਪੈਜ ਉਹ ਪਰਮਾਤਮਾ ਰੱਖਣ ਵਾਲਾ ਪੰਚਾਲੀ ਕੋ ਰਾਜ ਸਭਾ ਮੈਂ ਰਾਮ ਨਾਮ ਸੁਧ ਆਈ, ਪਰਮਾਤਮਾ ਦੇ ਨਾਮ ਦੀ ਸੁਧ ਆਈ, ਧਿਆਨ ਧਰਿਆ ਪਰਮਾਤਮਾ ਦਾ, ਤਾਕੋ ਦੁੱਖ ਹਰਿਓ ਕਰੁਣਾ ਮੈਂ। ਤੇ ਮਰ ਕਹਿੰਦੇ ਆਪਣੀ ਪੈਜ ਬਿਠਾਈ, ਤਰਸ ਸਰੂਪ ਪਰਮਾਤਮਾ ਨੇ ਉਸਦਾ ਦੁੱਖ ਦੂਰ ਕੀਤਾ। ਇਹ ਗੱਲ ਯਾਦ ਰੱਖਣਾ, ਰੱਬ ਦੇ ਅਸੀਂ ਸਾਰੇ ਬੱਚੇ ਹਾਂ। ਕੋਈ ਵੀ ਧਰਮ ਹੈ, ਅਸੀਂ ਸਭ ਰੱਬ ਦੇ ਬੱਚੇ ਹਾਂ। ਸਾਡਾ ਰੱਬ ਜਿਹੜਾ ਨਾ ਸਾਰਿਆਂ ਤੇ ਤਰਸ ਕਰਦਾ ਹੈ। ਉਹਦੇ ਤਰਸ ਕਰਨ ਵਿੱਚ ਕੋਈ ਨਹੀਂ ਆਉਂਦਾ ਵੀ ਇਹ ਹਿੰਦੂ ਹੈ, ਸਿੱਖ ਹੈ, ਮੁਸਲਮਾਨ ਹੈ, ਈਸਾਈ ਹੈ। ਉਹ ਹਰ ਇੱਕ ਪ੍ਰਾਣੀ ਦੇ ਉੱਤੇ ਤਰਸ ਕਰਦਾ, ਕਿਉਂਕਿ ਹੈ ਹੀ ਮੇਰਾ ਮਾਲਕ ਤਰਸ ਸਰੂਪ ਹੈ, ਸਾਰਿਆਂ ਤੇ ਤਰਸ ਕਰਦਾ, ਹਰ ਇੱਕ ਪ੍ਰਾਣੀ ਤੇ ਤਰਸ ਕਰਦਾ ਉਹ ਅਕਾਲ ਪੁਰਖ ਵਾਹਿਗੁਰੂ। ਆਖਣ ਲੱਗੇ ਸਤਿਗੁਰੂ ਇਹ ਤਰਸ ਸਰੂਪ ਪਰਮਾਤਮਾ ਨੇ ਉਸ ਦਾ ਦੁੱਖ ਦੂਰ ਕੀਤਾ। ਤਾਕੋ ਦੁੱਖ ਹਰਿਓ ਕਰੁਣਾ ਮੈਂ, ਆਪਣੀ ਬਖਸ਼ਿਸ਼ ਕਰਕੇ ਆਪਣੀ ਪੈਜ ਵਟਾਈ। ਤੇ ਸਤਿਗੁਰ ਕਹਿਣ ਲੱਗੇ ਇਸ ਤਰ੍ਹਾਂ ਆਪਣਾ ਨਾਮ ਨਾ ਵਧਾਇਆ ਸੀ ਪਰਮਾਤਮਾ ਨੇ, ਕਿ ਜਿਹੜਾ ਪਰਮਾਤਮਾ ਦਾ ਨਾਮ ਜਪਦਾ ਹੈ, ਵਾਹਿਗੁਰੂ ਦੀ ਸਿਫਤ ਕਰਦਾ ਹੈ, ਉਹਦੀ ਰੱਖਿਆ ਕਰਨ ਵਾਲਾ ਅਕਾਲ ਪੁਰਖ ਹੈ, ਉਸਦੀ ਰੱਖਿਆ ਕਰਨ ਵਾਲਾ ਪਰਮਾਤਮਾ ਹੈ। ਅਕਸਰ ਇਹ ਉਦਾਹਰਨਾਂ, ਇਹ ਗੱਲਾਂ ਸਮਾਜ ਦੇ ਆਮ ਲੋਕਾਂ ਦੇ ਵਿੱਚ ਚੱਲਦੀਆਂ ਸਨ। ਗੁਰੂ ਤੇਗ ਬਹਾਦਰ ਮਹਾਰਾਜ ਨੇ ਆਖਿਆ ਇਸ ਤਰ੍ਹਾਂ ਪਰਮਾਤਮਾ ਆਪਣੇ ਭਗਤਾਂ ਦੀ ਰੱਖਿਆ ਕਰਕੇ ਉਹ ਆਪਣੇ ਨਾਮਨੇ ਨੂੰ ਵਧਾਉਂਦਾ ਹੈ, ਜਿਸ ਨੂੰ ਕਿ ਭਗਤ ਰਵਿਦਾਸ ਜੀ ਹੁਣਾਂ ਨੇ ਆਖਿਆ ਕਿ ਐਸੀ ਲਾਲ ਤੁਝ ਬਿਨ ਕੌਣ ਕਰੇ, गरीब निवाज गुसैया मेरा माथे छत धरै, जाकी छोट जगत को लागै तां पर तू ही धरै, नीचा ऊंच करै मेरा गोबिंद काहू ते ना डरै। ਉਹ ਨੀਵਿਆਂ ਨੂੰ ਉੱਚਾ ਕਰ ਦਿੰਦਾ, ਕਿਸੇ ਕੋਲੋਂ ਡਰਦਾ ਨਹੀਂ ਮੇਰਾ ਭਾਈ। ਉਹ ਸਾਰਿਆਂ ਦੇ ਉੱਤੇ ਕਿਰਪਾ ਕਰਦਾ, ਸਾਰਿਆਂ ਤੇ ਬਖਸ਼ਿਸ਼ ਕਰਦਾ। ਤਾਕੋ ਦੁੱਖ ਹਰਿਓ ਕਰੁਣਾ ਮੈਂ, ਆਪਣੀ ਪੈਜ ਵਡਾਈ। ਫਿਰ ਸਤਿਗੁਰੂ ਆਖਣ ਲੱਗੇ ਜਿਹ ਨਰ ਜਸ ਕਿਰਪਾ ਨਿਧ ਗਾਇਓ, ਤਾਕੋ ਪਹਿਓ ਸਹਾਈ। ਆਖਣ ਲੱਗੇ ਉਸ ਪਰਮਾਤਮਾ ਦਾ ਜਸ, ਜਿਹ ਨਰ, ਜਿਹਦਾ ਅਰਥ ਹੈ ਜਿਸ ਮਨੁੱਖ ਨੇ ਜਸ ਕਿਰਪਾ ਨਿਧ ਗਾਇਓ, ਕਿਰਪਾ ਦੇ ਖਜ਼ਾਨੇ ਪਰਮਾਤਮਾ ਦੀ ਸਿਫਤਸਲਾ ਕੀਤੀ, ਉਸ ਅਕਾਲ ਪੁਰਖ ਵਾਹਿਗੁਰੂ ਦਾ ਜਸ ਗਾਇਨ ਕੀਤਾ। ਤਾਕੋ ਭਇਓ ਸਾਈ, ਪਰਮਾਤਮਾ ਉਸ ਨੂੰ ਮਦਦਗਾਰ ਹੋ ਕੇ ਬਹੁੜਦਾ ਹੈ। ਜਿਹੜਾ ਵੀ ਰੱਬ ਦਾ ਨਾਮ ਜਪਦਾ ਹੈ ਨਾ, ਤੇ ਅਕਾਲ ਪੁਰਖ ਵਾਹਿਗੁਰੂ ਉਸ ਨੂੰ ਕਿਸੇ ਰੂਪ 'ਚ ਮਦਦ ਆ ਕੇ ਕਰ ਦਿੰਦਾ ਹੈ। ਬੰਦਾ ਕਈ ਵਾਰ ਬੜਾ ਹੈਰਾਨ ਹੋ ਜਾਂਦਾ, ਮੇਰੀ ਅਚਨਚੇਤ ਮਦਦ ਕਿਵੇਂ ਕਰ ਦਿੱਤੀ। ਤੁਹਾਡੇ ਨਾਲ ਵੀ ਕਈ ਵਾਰ ਇਸ ਘਟਨਾ ਵਾਪਰੀ ਹੋਏਗੀ ਵੀ ਅਚਨਚੇਤ ਕੋਈ ਨਾ ਕੋਈ ਦੁੱਖ ਪਰੇਸ਼ਾਨੀ 'ਚ ਫਸੇ ਸਾਂ, ਪਰ ਕਿਸੇ ਰੂਪ ਦੇ ਵਿੱਚ ਉਹ ਪਰੇਸ਼ਾਨੀ ਹੱਲ ਹੋ ਗਈ। ਉਹ ਤਰਸ ਰੂਪ ਹੈ, ਕਿਸੇ ਨਾ ਕਿਸੇ ਰੂਪ ਦੇ ਵਿੱਚ ਆ ਕੇ ਉੱਥੇ ਪਹੁੰਚ ਜਾਂਦਾ ਹੈ। ਕਿਸੇ ਨਾ ਕਿਸੇ ਦੇ ਤਰੀਕੇ ਨਾਲ ਪਰਮਾਤਮਾ ਜਿਹੜਾ ਵੀ ਉਹਦੇ ਜਸ ਗਾਇਨ ਕਰਦਾ ਹੈ, ਰੱਬ ਦੀ ਸਿਫਤ ਸਲਾਹ ਕਰਦਾ ਹੈ, ਉਹ ਅਕਾਲ ਪੁਰਖ ਵਾਹਿਗੁਰੂ ਕੋਈ ਰੂਪ ਦੇ ਵਿੱਚ, ਇਹ ਗੱਲ ਯਾਦ ਰੱਖਣਾ, ਮਨੁੱਖ ਰੂਪ ਵਿੱਚ ਕਿਸੇ ਤਰੀਕੇ ਨਾਲ ਸਾਡੀ ਉਹ ਮਦਦ ਕਰ ਦੇਗਾ, ਕਿਸੇ ਜੀਵ ਦੇ ਰੂਪ ਦੇ ਵਿੱਚ ਸਾਡੀ ਮਦਦ ਕਰ ਦੇਗਾ, ਕਿਉਂਕਿ ਪਰਮਾਤਮਾ ਆਪ ਸਰੀਰ ਧਾਰਨ ਕਰਕੇ ਨਹੀਂ ਆਉਂਦਾ। ਰੱਬ ਸਰੀਰ ਧਾਰਨ ਕਰਕੇ ਨਹੀਂ ਆਉਂਦਾ, ਪਰ ਰੱਬ ਜਦੋਂ ਆਪਣੇ ਭਗਤਾਂ ਦੀ ਪੈਜ ਰੱਖਦਾ ਹੈ, ਆਪਣੇ ਭਗਤਾਂ ਦੀ ਸਹਾਇਤਾ ਕਰਦਾ ਹੈ, ਤਾਂ ਉਹ ਕਿਸੇ ਰੂਪ ਦੇ ਵਿੱਚ ਆ ਕੇ ਸਹਾਇਤਾ ਕਰ ਜਾਂਦਾ ਹੈ। ਕਿਉਂਕਿ ਉਸਦੇ ਜਿਹੜੇ ਪਿਆਰੇ ਨੇ, ਉਹਦਾ ਜਸ ਜਿਹੜਾ ਗਾਇਨ ਕਰਦਾ ਹੈ, ਉਹ ਅਕਾਲ ਪੁਰਖ ਵਾਹਿਗੁਰੂ ਉਹ ਮਦਦਗਾਰ ਹੋ ਕੇ ਕਿਸੇ ਨਾ ਕਿਸੇ ਰੂਪ 'ਚ ਮਿਲਦਾ, ਕੋਈ ਨਾ ਕੋਈ ਤਰੀਕੇ ਨਾਲ ਆ ਕੇ ਮਦਦ ਕਰ ਦਿੰਦਾ ਹੈ। ਕਈ ਵਾਰੀ ਸੋਚੀਦਾ ਵੀ ਇਹ ਕਿਵੇਂ ਹੋ ਗਿਆ, ਅਚਨਚੇਤ ਮੇਰੇ ਨਾਲ ਇਵੇਂ ਕਿਵੇਂ ਹੋਇਆ। ਮੰਨ ਲਓ ਕਿਤੇ ਤੁਸੀਂ ਖਲੋਤੇ ਹੋਏ ਹੋ, ਰਾਤ ਹੋ ਗਈ ਹੈ, ਔਰ ਤੁਹਾਨੂੰ ਲੱਗ ਰਿਹਾ ਵੀ ਇਹ ਬੇਗਾਨੀ ਥਾਂ ਹੈ, ਜਿਹਨੂੰ ਮੈਂ ਇੱਥੇ ਕਿਸੇ ਨੂੰ ਜਾਣਦਾ ਨਹੀਂ, ਪਹਿਚਾਣਦਾ ਨਹੀਂ,
ਪਿਆਰ ਵੱਲੋਂ ਸੱਚ ਜਾਣਨਾ। ਜਦ ਉੱਥੇ ਆ ਕੇ ਉਹ ਅਕਾਲ ਪੁਰਖ ਵਾਹਿਗੁਰੂ ਕਿਸੇ ਰੂਪ ਦੇ ਵਿੱਚ ਆ ਕੇ ਸਾਡੀ ਮਦਦ ਕਰ ਦਿੰਦਾ ਹੈ। ਕੋਈ ਸਾਨੂੰ ਆ ਕੇ ਪੁੱਛਦਾ, ਦੱਸੋ ਕੋਈ ਹੈਲਪ ਚਾਹੀਦੀ ਹੈ, ਤੁਹਾਡੀ ਕੀ ਮਦਦ ਕਰੀਏ, ਔਰ ਉਹ ਸਾਨੂੰ ਆਪਣੀ ਮੰਜ਼ਿਲ ਤੱਕ ਪਹੁੰਚਾ ਦਿੰਦਾ ਹੈ। ਅਸੀਂ ਸੋਚਦੇ ਹਾਂ ਵੀ ਇਸ ਬੰਦੇ ਨੇ ਸਾਡੀ ਮਦਦ ਕੀਤੀ, ਅਸੀਂ ਕਈ ਵਾਰੀ ਉਹਦਾ ਧੰਨਵਾਦ ਕਰਦੇ ਹਾਂ, ਤੇਰਾ ਸ਼ੁਕਰਾਨਾ ਵੀ ਤੂੰ ਸਾਨੂੰ ਸਹੀ ਮੰਜ਼ਿਲ ਤੱਕ ਪਹੁੰਚਾ ਦਿੱਤਾ। ਅਸੀਂ ਬਾਰ-ਬਾਰ ਮਨ ਹੀ ਮਨ ਸੋਚਦੇ ਨੇ ਵੀ ਮਨੁੱਖ ਕਿਤਨਾ ਚੰਗਾ ਹੈ। ਉਹ ਚੰਗਾ ਨਹੀਂ, ਜਿਹੜਾ ਭੇਜਣ ਵਾਲਾ ਅਕਾਲ ਪੁਰਖ ਉਹ ਚੰਗਾ ਸੀ। ਉਚਾਰਨ ਕਰੋ ਸਤਿਨਾਮ। ਕਿਉਂਕਿ ਜਸ ਤੁਸੀਂ ਗਾਇਨ ਕੀਤਾ, ਪਰਮਾਤਮਾ ਦੀ ਸਿਫਤ ਤੁਸੀਂ ਕੀਤੀ, ਰੱਬ ਨੇ ਕੋਈ ਤਰੀਕਾ ਬਣਾ ਦਿੱਤਾ, ਕੋਈ ਵਿਉਂਤ ਬਣਾ ਦਿੱਤੀ, ਕੋਈ ਜੁਗਤ ਬਣਾ ਦਿੱਤੀ, ਕਿਸੇ ਵੀ ਜੁਗਤ ਦੇ ਰੂਪ ਦੇ ਵਿੱਚ। ਔਰ ਮੈਂ ਤਾਂ ਕਈ ਵਾਰੀ ਬਹੁਤ ਹੀ ਹੈਰਾਨ ਹੁੰਦਾ ਆਪਣੇ ਮਾਲਕ ਤੋਂ ਵੀ ਰੱਬ ਕਿਸ ਕਿਸ ਰੂਪ ਦੇ ਵਿੱਚ ਆ ਕੇ ਕਿਰਪਾ ਕਰ ਦਿੰਦਾ। ਮੈਂ ਤਾਂ ਕਈ ਵਾਰੀ ਜ਼ਿੰਦਗੀ 'ਚ ਅਜਮਾ ਕੇ ਵੇਖਿਆ। ਪਹਿਲਾਂ ਮੈਂ ਡਿਊਟੀ ਕਰਦਾ ਸੀ, ਇਕੱਲਾ ਰਹਿੰਦਾ ਸੀ, ਕਈ ਵਾਰੀ ਦਿਲ ਨਹੀਂ ਸੀ ਕਰਦਾ ਵੀ ਪ੍ਰਸਾਦਾ ਬਣਾਈਏ, ਭੁੱਖ ਵੀ ਲੱਗੀ ਹੁੰਦੀ ਸੀ। ਔਰ ਅਚਨਚੇਤ ਕੋਈ ਆ ਕੇ ਜੀ ਤੁਹਾਡੇ ਵਾਸਤੇ ਰੋਟੀ ਲੈ ਕੇ ਆਇਆ। ਮੈਂ ਕਹਿੰਦਾ ਰੱਬਾ ਤੇਰਾ ਸ਼ੁਕਰਾਨਾ ਹੈ ਵੀ ਤੂੰ ਆਪ ਹੀ ਆ ਗਿਆ। ਕਈ ਵਾਰ ਤਾਂ ਅੱਖਾਂ 'ਚ ਪਾਣੀ ਆ ਜਾਂਦਾ ਸੀ ਵੀ ਇਹ ਤੇਰੀ ਕਿੱਦਾਂ ਦੀ ਖੇਡਾਂ ਨੇ ਵੀ ਤੂੰ ਏਦਾਂ ਰੂਪ ਧਾਰਨ ਕਰਕੇ ਵੀ ਆ ਜਾਂਦਾ। ਕਿਸੇ ਨੂੰ ਕੀ ਪਤਾ ਮੇਰੇ ਬਾਰੇ ਵੀ ਭੁੱਖਾ ਬੈਠਾ ਹੋਏਗਾ, ਪਰ ਉਹ ਕਰਦਾ ਮਦਦ ਸਾਡੀ। ਬਸ ਸਾਡੇ ਅੰਦਰ ਭਰੋਸਾ ਹੋਣਾ ਚਾਹੀਦਾ, ਵਿਸ਼ਵਾਸ ਹੋਣਾ ਚਾਹੀਦਾ। ਆਪਣੇ ਰੱਬ ਦਾ ਜਸ ਗਾਇਨ ਕਰੀਏ, ਆਪਣੇ ਮਾਲਕ ਦੀ ਸਿਫਤ ਕਰੀਏ, ਉਹਦੀ ਵਡਿਆਈਆਂ ਕਰੀਏ। ਪਤਾ ਨਹੀਂ ਕਿਹੜੇ ਰੂਪ ਦੇ ਵਿੱਚ ਆ ਕੇ ਉਹ ਸਾਡੀ ਮਦਦ ਕਰ ਦਿੰਦਾ। ਮਾਲਕ ਨੇ ਜਿਹੇ ਨਰ ਜਸ ਕਿਰਪਾ ਨਿਧ ਗਾਇਓ ਤਾਕੋ ਭਇਓ ਸਾਹੀ। ਜਿਹੜਾ ਉਹਦਾ ਜਸ ਗਾਉਂਦਾ ਹੈ ਨਾ, ਉਹ ਅਕਾਲ ਪੁਰਖ ਵਾਹਿਗੁਰੂ ਕਿਸੇ ਰੂਪ ਦੇ ਵਿੱਚ ਆ ਕੇ ਸਹਾਇਤਾ ਕਰਨ ਵਾਸਤੇ ਬੋਹੜ ਜਾਂਦਾ, ਪਹੁੰਚ ਜਾਂਦਾ ਉੱਥੇ। ਫਿਰ ਕਹਿਣ ਲੱਗੇ, ਕਹੋ ਨਾਨਕ ਮੈਂ ਇਹੀ ਭਰੋਸਾ ਗਹੀ ਆਨ ਸਰਨਾਈ। हे नानक आख मैं भी ये भरोसे ते आके परमात्मा दी शरण फड़ लई है, शरण लै लई है। मैनू भी भरोसा बच गया भी जेड़े परमात्मा दा दस गायन करते हैं, रब की सिफत करते हैं, वो अकाल पुरख वाहिगुरू उन्हां दी सहायता करता है, उन्हां दी मदद करता है। कहते ये मैं भरोसा लैके आया ते वो अकाल पुरख वाहिगुरू दी शरण मैं भी लै लई है। ਇਹ ਗੱਲ ਯਾਦ ਰੱਖਣਾ, ਰੱਬ ਦੀ ਸ਼ਰਨ ਉਦੋਂ ਹੀ ਲਈ ਜਾ ਸਕਦੀ ਜਦੋਂ ਸਾਨੂੰ ਭਰੋਸਾ ਵੱਜੇ। ਭਰੋਸਾ ਉਦੋਂ ਹੀ ਬਣੇਗਾ ਜਦੋਂ ਅਸੀਂ ਦੇਖਦੇ ਰੱਬ ਦੇ ਕੋਤਕ, ਰੱਬ ਦੇ ਕੰਮ। ਜਿਹਨੂੰ ਮਹਾਰਾਜ ਕਹਿੰਦੇ ਮਨ ਵਿਲਾਸ ਪਏ ਸਾਹਿਬ ਕੇ ਅਚਰਜ ਦੇਖ ਵਡਾਈ। ਸਾਹਿਬ ਦੇ ਅਚਰਜ ਕੋਤਕ ਵੇਖ ਕੇ, ਉਹਦੀਆਂ ਵਡਿਆਈਆਂ ਵੇਖ ਕੇ ਕਈ ਵਾਰੀ ਮਨ ਜਿਹੜਾ ਨਾ ਉਹ ਗਦਗਦ ਹੋ ਜਾਂਦਾ ਹੈ। फिर मन करता है कि हर सिमर सिमर आनंद कर नानक प्रभ पूरन पैज रखा है। तू भी हरि नू सिमर सिमर के आत्मिक आनंद हासिल कर। तो सतगुरु कहते मेरे प्रभु ने मेरी पूरन पैज रख ली है। ये पैज नहीं रखी गुरु अर्जन देव जी महाराज। कितने शब्द ने गुरु अर्जन देव जी जिथे मार कहते मेरी पैज रख ले। असल पैज से जो वो तत्ती तवी ते बैठे, प्रभु ने डोलन नहीं दिता। देग च उबाला खादा, डोलन नहीं दिता मेरे रब ने। उन्हां दी बाणी च जब देखोगे ना तुसीं पूर्ण पैज रखाई, बार बार कहणगे। जे ये वचन असीं पढ़दे हां कि तेरा किया मीठा लागे हर नाम पदार्थ नानक मंगे। ये खेड समझण वालियां गल्लां ने। शरीर तां उन्हां दा भी पंज तत्तां दा है, पीड़ा तो उही हुंदी है पिंडे नूं, पर रब ने कितनी कृपा की कि आप उस पीड़ा विचों हथ दे के रख रहा, डोलन नहीं दिता। चलो वो तो साडे गुरु ने ना, वो तो रब स्वरूप ने ना। कितने सिखां दा इतिहास, कितनियां बीबियां दा इतिहास साडा भरिया पिया कि जिथे असीं देखदे हां कि वो बिल्कुल अडोल नहीं, डोलियां ना। सिखां ने बंद बंद कटा लए, सिखां ने खोपड़ियां लुहा लियां, सिखां ने हर एक दुख चल लिया। क्यों? उन्होंने इस बाणी दे आसरे ते, क्योंकि उन्होंने बाणी दे रूप दे विच ना रब दी खेड नूं तकिया।
ਰੱਬ ਦੀ ਇਸ ਵਿਚਾਰਧਾਰਾ ਨੂੰ ਤੱਕਿਆ। ਸੋ ਅੱਜ ਦੇ ਦੀਵਾਨ ਵਿੱਚ ਗੁਰੂ ਸਾਹਿਬ ਕਿਰਪਾ ਕਰਨ ਕਿ ਇਹ ਜੋ ਗੱਲ ਸਾਨੂੰ ਸਤਿਗੁਰ ਨੇ ਸਮਝਾਈ ਹੈ, ਇਸ ਗੱਲ ਦੇ ਉੱਤੇ ਅਸੀਂ ਪਹਿਰਾ ਦੇਈਏ ਅਤੇ ਗੁਰੂ ਸਾਹਿਬ ਦੀ ਵਿਚਾਰਧਾਰਾ ਨੂੰ ਆਪਣੇ ਜੀਵਨ ਦਾ ਆਧਾਰ ਬਣਾ ਦਈਏ। ਹਰੀ ਪਰਮਾਤਮਾ ਦਾ ਨਾਮ ਸਾਡੀ ਹਰ ਥਾਂ ਤੇ ਸਹਾਇਤਾ ਕਰਦਾ ਹੈ ਤੇ ਉਹੀ ਸਾਨੂੰ ਆਤਮਿਕ ਸੁਖ ਦੇਣ ਵਾਲਾ ਹੈ। ਸਾਰਿਆਂ ਤੇ ਸਤਿਗੁਰ ਕਿਰਪਾ ਕਰਨ, ਆਪਣਾ ਮਿਹਰਦਾਤ ਰੱਖਣ, ਚੜ੍ਹਦੀਆਂ ਕਲਾ ਬਖਸ਼ਣ। ਇਤਨੇ ਵਚਨ ਪ੍ਰਵਾਨ। ਫਤਿਹ ਦੀ ਸਾਂਝ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।